ਸਾਡੇ ਨਾ ਆਮ ਕਰਕੇ ਫੈਮਲੀਆਂ ਨੂੰ ਇੱਕ ਵਹਿਮ ਅਤੇ ਭੁਲੇਖਾ ਹੁੰਦਾ ਜਿਹੜਾ ਨਿਕਲਣਾ ਬਹੁਤ ਜ਼ਰੂਰੀ ਆ। ਉਸ ਤੋਂ ਬਗੈਰ ਬੰਦਾ ਠੀਕ ਨਹੀਂ ਹੋ ਸਕਦਾ। ਫੈਮਲੀਆਂ ਆਪ ਕਹਿੰਦੀਆਂ ਵੀ ਇਹਨੇ ਆਪੇ ਕੀਤਾ ਅਤੇ ਆਪੇ ਛੱਡੇ। ਬਸ ਇਹੀ ਜਿਹੜੀ ਉਹਨਾਂ ਦੀ ਇੱਕ ਭੁਲੇਖਾ ਨਾ, ਇਹ ਇਲਾਜ ਨਹੀਂ ਕਰਾਉਣ ਦਿੰਦਾ ਵੀ ਇਹਨੇ ਆਪੇ ਕੀਤਾ ਅਤੇ ਆਪੇ ਛੱਡੇ, ਆਪੇ ਮਨ ਪੱਕਾ ਕਰੇ। ਅਸੀਂ ਕਿ ਵਿੱਚ ਆਈਏ ਨਾ ਹੈ। ਮੈਂ ਚਲੋ ਝਾੜੂ ਵੀ ਮਾਰ ਲੈਂਦਾ ਵਾ, ਪਰ ਝਾੜੂ ਵਰਗਾ ਕੰਮ ਮੈਂ ਬਹੁਤ ਕਰਦਾ। ਝਾੜੂ ਵਰਗਾ ਕੰਮ ਹੁਣ ਵੀ ਬਾਹਰ ਕਿਸੇ ਨੇ ਕਾਰ ਮਾਰਤੀ ਅਤੇ 2 ਗਮਲੇ ਟੁੱਟ ਗਏ ਸਾਡੇ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਆਪ ਆ ਕੇ ਝਾੜੂ ਮਾਰ ਲੈਣਾ ਉੱਥੇ। ਫਿਰ ਆਪਣੇ ਘਰ ਹੀ ਝਾੜੂ ਮਾਰਨਾ, ਉਹ ਆਪਣੇ ਘਰ ਝਾੜੂ ਮਾਰਨਾ ਚੰਗਾ ਜੇ, ਨਹੀਂ ਤਾਂ ਠਾਣੇ ਮਾਰਨਾ ਪੈਣਾ ਜੇ। ਦੇਖੋ ਮੈਂ ਜਿਹੜਾ ਐਕਸਪੀਰੀਅੰਸ ਕੀਤਾ ਮੈਂ ਤੁਹਾਨੂੰ ਦੱਸਦਾ ਪਿਆ। ਉੱਥੇ ਨਹੀਂ ਤੁਸੀਂ ਨਾ ਕਰ ਸਕਦੇ। ਘਰ ਤੇ ਵੀ ਅੱਖਾਂ ਕੱਢ ਦੋਗੇ, ਉੱਥੇ ਨਹੀਂ ਕਿਸੇ ਨੇ ਬਹੁਤ ਬੁਰਾ ਹਾਲ ਕਰਦੇ ਹੋ। ਸੋ ਜੇ ਅਸੀਂ ਘਰ ਵਾਪਸ ਆ ਜਾਈਏ ਤਾਂ ਵਧੀਆ, ਘਰ ਵਾਪਸ ਆ ਜਾਈਏ ਤਾਂ ਵਧੀਆ। ਕੋਈ ਆਪਣੇ ਘਰ ਕੰਮ ਕਰਨ ਦਾ ਕੋਈ ਹਰਕਤ ਨਹੀਂ ਹੁੰਦਾ, ਪਰ ਬੰਦਾ ਆਪਣੇ ਆਪ ਨੂੰ ਸਮਝਦਾ ਵਾ ਵੀ ਮੈਂ ਤੇ ਝਾੜੂ, ਮੈਂ ਝਾੜੂ, ਮੇਰੇ ਨਾਲ ਦਾ ਤਾਂ ਘੈਂਟ ਬੰਦਾ ਹੀ ਕੋਈ ਨਹੀਂ ਹੈਗਾ। ਸੋ ਨਾ ਆਪਣੇ ਆਪ ਨੂੰ ਬਹੁਤ ਤਾਂ ਸਮਝਦਾ, ਜੋ ਹੁੰਦਾ ਨਹੀਂ ਨਾ ਉਹ ਉਹਨੂੰ ਸਮਝਦਾ ਆਪਣੇ ਆਪ ਨੂੰ। ਮੰਨ ਲਓ ਜੇ ਬੰਦਾ ਆਹ ਵਾ ਨਾ ਅਤੇ ਆਪਣੇ ਆਪ ਨੂੰ ਆਹ ਸਮਝਦਾ। ਹੁਣ ਜਿਹੜਾ ਆਹ ਗੈਪ ਹੈ ਨਾ, ਇਹ 'ਚ ਨਸ਼ਾ ਹੈ ਨਾ, ਜਿਹੜਾ ਮਰਜ਼ੀ ਪਾ ਲਓ, ਭਾਵੇਂ ਜ਼ਮੀਨਾਂ ਪਾ ਲਓ, ਪੈਸਾ ਪਾ ਲਓ, ਪੋਲੀਟਿਕਸ ਪਾ ਲਓ, ਸ਼ਰਾਬ ਪਾ ਲਓ, ਭੁੱਕੀ ਪਾ ਲਓ, ਚਰਸ ਪਾ ਲਓ, ਗਾਂਜਾ ਪਾ ਲਓ, ਫੀਮ ਪਾ ਲਓ, ਕੁਛ ਪਾ ਲਓ। ਹਾਂ, ਇਲਾਜ ਕੀ ਆ ਵੀ ਇੱਥੋਂ ਹੌਲੀ ਹੌਲੀ ਤੁਸੀਂ ਇੱਥੇ ਆ ਜਾਣਾ। ਇੱਥੇ ਦਾ ਮਤਲਬ ਆਪਣੇ ਘਰ ਵਾਪਸ ਆ ਜਾਣਾ, ਅਤੇ ਘਰ ਦਾ ਮਤਲਬ ਵੀ ਘਰ ਝਾੜੂ ਮਾਰਨਾ। ਗੱਲ ਸਮਝਦੇ ਪਏ ਨਾ ਮੈਂ ਕੀ ਕਹਿ ਰਿਹਾ? ਬਸ ਆਹ ਇਲਾਜ ਹੈ। ਪਰ ਇਹ ਬਿਮਾਰੀ ਤੁਹਾਨੂੰ ਘਰ ਨਹੀਂ ਖਿਲਾਉਣ ਦੇਗੀ। ਇਹ ਬਿਮਾਰੀ 'ਚ ਘਰ ਵੱਢਣ ਨੂੰ ਪੈਂਦਾ। ਘਰ ਅਤੇ ਘਰ ਦੇ ਜੀਅ ਜਿਹੜਾ ਵੀ ਨਸ਼ੇ ਤੋਂ ਰੋਕਦਾ ਵੱਢਣ ਨੂੰ ਪੈਂਦਾ, ਜ਼ਹਿਰ ਲੱਗਦਾ। ਹਾਂ, ਜਿਹੜਾ ਨਸ਼ਾ ਪ੍ਰੋਵਾਈਡ ਕਰਦਾ, ਜਿਹੜਾ ਨਾਲ ਬਹਿੰਦਾ, ਜਿਹੜਾ ਕਹਿੰਦਾ ਆ ਜਾ ਬੰਬੀ 'ਤੇ ਮੋਟਰ 'ਤੇ ਆ ਜਾ, ਬਸ ਉਹ ਬੰਦਾ ਵਧੀਆ ਲੱਗਦਾ। ਪਰ ਇਹ ਸਾਰੀ ਉਹਦੇ ਦਿਮਾਗ 'ਚ ਫਰਕ ਪੈ ਗਿਆ। ਉਹ ਜਾਣ ਬੁੱਝ ਕੇ ਨਹੀਂ ਕਰਦਾ ਪਿਆ। ਇਹ ਗੱਲ ਸਾਰੇ ਮੰਨ ਲਓ, ਸਮਝ ਲਓ ਵੀ ਉਹ ਜੋ ਕਰਦਾ ਪਿਆ ਨਾ, ਉਹ ਜਾਣ ਕੇ ਨਹੀਂ ਕਰਦਾ ਪਿਆ। ਈਵਨ ਕਿ ਅਸੀਂ ਆਪਣੇ ਪੇਸ਼ੈਂਟ ਨੂੰ ਕਹਿ ਵੀ ਦਿੰਦੇ ਹਾਂ ਵੀ ਤੇਰਾ ਦਿਮਾਗ ਖਰਾਬ ਲੱਗਦਾ। ਆਮ ਕਰਕੇ ਘਰ 'ਚ ਅਸੀਂ ਕਹਿ ਦਿੰਦੇ ਇਹਨੂੰ ਨਾ ਬੁਲਾਇਓ, ਇਹਦਾ ਦਿਮਾਗ ਖਰਾਬ ਜੇ, ਇਹਦਾ ਨਾ ਬਹੁਤੀ ਕਲਾਮ ਕਰੋ, ਇਹ ਹਿੱਲਿਆ ਜੇ। ਹਿੱਲੇ ਦਾ ਕੀ ਮਤਲਬ? ਹਿੱਲੇ ਦਾ ਇਹਦਾ ਦਿਮਾਗ ਨਹੀਂ ਠੀਕ ਹੈ। ਅੱਗੇ ਆ ਥੋੜ੍ਹਾ ਜਿਹਾ, ਆ ਜਾ। ਸਾਰੀਆਂ ਮੇਰੇ ਵਰਗੀਆਂ ਗੱਲਾਂ ਕਰਦਾ। ਉੱਥੇ ਬੈ ਉੱਥੇ। ਇਹਨਾਂ ਨੇ ਭਾਈ ਸਾਹਿਬ ਨੇ ਮੈਨੂੰ ਪੁੱਛਿਆ ਕਿ ਇੱਥੇ ਮੁਰਦਿਆਂ ਨੂੰ ਵੀ ਆਪਣਾ ਜਾਨ ਦਿੰਦੇ? ਕੀਤੇ ਜਾਂਦੇ ਇੱਥੇ ਮੁਰਦੇ ਮੁਰਦੇ ਵੀ ਜਿੰਦਾ ਕੀਤੇ ਜਾਂਦੇ ਇੱਥੇ। ਇਹਨੂੰ ਨਹੀਂ ਉਹ ਨਹੀਂ ਨਾ, ਜਸਕਰਨ ਜੀ ਆਪਾਂ ਨਸ਼ਈ ਨਹੀਂ ਕਹਿਣਾ। ਸਿਰਫ ਇੱਥੇ ਪੱਥਰਾਂ 'ਚ ਜਾਨ ਪੈਂਦੀ, ਪੱਥਰਾਂ 'ਚ ਜਾਨ ਪੈਂਦੀ। ਹੁਣ ਪੱਥਰ ਨੂੰ ਜੋ ਮਰਜ਼ੀ ਕਰੋ, ਉਹਦੇ ਸਾਹਮਣੇ ਰੋ ਲਓ, ਚੀਕਾਂ ਮਾਰ ਲਓ, ਵਾਸਤੇ ਪਾ ਲਓ, ਜੋ ਮਰਜ਼ੀ ਕਰ ਲਓ, ਉਹਨੇ ਕੁਝ ਨਹੀਂ ਕਰਨਾ। ਪਰ ਇੱਕ ਚੀਜ਼ ਨੂੰ ਮੰਨਣਾ ਪਊ, ਪੱਥਰ ਮੰਨੀ ਜਾਵਾਂਗੇ, ਫਿਰ ਜ਼ਰੂਰ ਫਲ ਮਿਲੂਗਾ। ਆਹ ਤੇ ਉਹ ਬਣਾਉਣ ਦੇ, ਅਸੀਂ ਕਰਨ ਦੇ। 20 ਸਾਲ ਤੇ ਮੈਨੂੰ ਹੋ ਗਏ ਕੁਰਸੀਆਂ ਵੇਚਦੇ ਆ, ਪੱਕੀਆਂ ਕੁਰਸੀਆਂ ਹੀ ਚੁੱਕੀ ਨਹੀਂ ਜਾਂਦੇ ਮਾੜੇ ਬੰਦੇ ਦਾ। ਇਹਦਾ ਮਤਲਬ ਕੀ? ਮੈਂ ਆਪਣੇ ਆਪ ਨੂੰ ਬਣਾਉਣ ਹੀ ਪਿਆ। ਗੱਲ ਸਮਝ ਰਾਜੇ, ਗੱਲ ਤੇਰੀ ਬਿਲਕੁਲ ਠੀਕ ਹੈ। ਮਤਲਬ ਕਿ ਬੰਦਾ ਪੱਥਰ ਹੋ ਜਾਂਦਾ, ਉਹਦੀ ਬਿਮਾਰੀ ਕੀ ਆ? ਬੰਦਾ ਪੱਥਰ ਹੋ ਗਿਆ।
ਬਸ ਉਹਨੂੰ ਕੁਛ ਮਹਿਸੂਸ ਨਹੀਂ ਹੁੰਦਾ, ਉਹਨੂੰ ਇੰਨਾ ਖਾਲੀ ਜਿਹਾ ਲੱਗਦਾ ਵਾ ਵੀ ਪਤਾ ਨਹੀਂ ਯਾਰ ਮੈਂ ਹੈਗਾ ਵੀ ਆ ਕਿ ਨਹੀਂ ਹੈਗਾ। ਉਹਨੂੰ ਆਪਣੇ ਹੋਣ ਦਾ ਵੀ ਭੁਲੇਖਾ ਪੈ ਜਾਂਦਾ, ਬਾਕੀ ਉਹ ਨਮਨੈਸ, ਫੀਲਿੰਗਲੈਸ, ਇਮੋਸ਼ਨਲੈਸ ਹੋ ਜਾਂਦਾ। ਦੋ ਜਾਣੇ ਦਿੰਦੇ ਹੈਗੇ, ਹੈ ਦੋ ਜਾਣੇ ਦਿੰਦੇ। ਦੋ ਜਾਣੇ ਠੀਕ ਹੈ, ਦੋ ਜਾਣੇ ਤੇ ਉਦੋਂ ਜਿਹਦੇ ਜਦੋਂ ਕੀਤਾ ਹੁੰਦਾ, ਤੇ ਜਦੋਂ ਤੋੜ ਵੱਜਦੀ ਉਦੋਂ ਕਿੰਨੇ ਜਣੇ ਦਿਖਦੇ ਆ। ਗੱਲ ਤਾਂ ਅਸੀਂ ਕਰਨ ਦੀ ਗੱਲ ਹੀ ਨਹੀਂ ਕਰਦੇ, ਅਸੀਂ ਛੱਡਣ ਦੀ ਗੱਲ ਕਰਦੇ। ਗੱਲ ਸਮਝ ਪੱਥਰ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਤੇ ਇਹ ਕਹੂੰਗਾ ਪੱਥਰ 'ਚ ਜਾਨ ਪੈਣੀ ਬਸ, ਦੇਖ ਲਓ। ਪਰ ਇਹਦੇ ਵਾਸਤੇ ਸਾਰੀ ਹਿੰਮਤ ਘਰਦਿਆਂ ਨੂੰ ਕਰਨੀ ਪੈਣੀ। ਜੇ ਘਰ ਦੇ ਚਾਹੁਣਗੇ ਵੀ ਇਹ ਪੱਥਰ 'ਚ ਜਾਨ ਪੈ ਜੇ ਤੇ ਪੈ ਜੇਗੀ। ਘਰਦਿਆਂ ਨੂੰ ਪਹਿਲਾਂ ਇਹ ਅਹਿਸਾਸ ਦਿਵਾਉਣਾ ਪਊਗਾ ਵੀ ਤੂੰ ਪੱਥਰ ਨਹੀਂ ਹੈਗਾ, ਤੂੰ ਇਨਸਾਨ ਹੈ। ਵੀ ਤੂੰ ਇਨਸਾਨ ਹੈਗਾ ਯਾਰ, ਤੂੰ ਪੱਥਰ ਨਹੀਂ ਹੈਗਾ। ਹਾਂ ਤੇਰੀ ਬਿਮਾਰੀ ਨੇ ਤੈਨੂੰ ਪੱਥਰ ਬਣਾ ਦਿੱਤਾ, ਹੈਗਾ ਤੂੰ ਇਨਸਾਨ ਹੀ। ਤੇਰੀ ਬਿਮਾਰੀ ਨੇ ਤੈਨੂੰ ਪੱਥਰ ਬਣਾ ਦਿੱਤਾ, ਤੂੰ ਇਸ ਤਰ੍ਹਾਂ ਦਾ ਹੁੰਦਾ ਨਹੀਂ, ਪਰ ਤੇਰੀ ਬਿਮਾਰੀ ਨੇ ਤੈਨੂੰ ਇਸ ਤਰ੍ਹਾਂ ਦਾ ਕਰ। ਗੱਲ ਸਮਝੋ ਨਾ। ਉਹਨੂੰ ਵੀ ਤਾਂ ਕੁਛ ਵੇਟਫੁਲ ਕਰੋ ਨਾ, ਉਹਨੂੰ ਵੀ ਕੁਛ ਹੌਸਲਾ ਦਿਓ ਨਾ, ਉਹਨਾਂ ਵੀ ਕੋਈ ਸਹਿਮਤੀ ਪ੍ਰਗਟ ਕਰੋ ਨਾ। ਉਹਨੂੰ ਵੀ ਕੋਈ ਵਰਥਲੈਸ ਹੈਗਾ, ਉਹਨੂੰ वर्थफुल रिस्पेक्ट देते हैं। हर बीमारी में मरीज को रिस्पेक्ट देते हैं, तो ये भी हम मरीज हैं तो रिस्पेक्ट देनी पड़ेगी। मैं दरअसल जी देखन डया एक पेशेंट है, जे ਉਹਨੂੰ ਕਿਤੇ ਛੋਟੀ ਮੋਟੀ ਬਿਮਾਰੀ ਇਸ ਬਿਮਾਰੀ ਤੋਂ ਬਗੈਰ ਹੁੰਦੀ ਨਾ, ਤੇ ਘਰਦਿਆਂ ਕਰੋੜਾਂ ਰੁਪਏ ਖਰਚ ਕਰ ਦੇਣੇ, ਕਰੋੜਾਂ ਰੁਪਏ ਖਰਚ ਕਰ ਦੇਣੇ। ਤੇ ਉਹਨਾਂ ਦੀ ਇੰਨੀ ਕਪੈਸਿਟੀ ਹੈਗੀ ਆ, ਉਹ ਖਰਚ ਸਕਦੇ ਆ। ਉਹ ਪਰਿਵਾਰਕ ਪਿਛੋਕੜ ਵੀ ਬੜਾ ਤਗੜਾ ਉਹਨਾਂ ਦਾ। ਕੋਈ ਹੋਰ ਬਿਮਾਰੀ ਹੁੰਦੀ ਨਾ, ਉਹਨਾਂ ਨੇ ਮਰਕੀ ਢਿੱਲ ਦਾ ਜ਼ੋਰ ਲਾ ਕੇ ਬੰਦਾ ਅੱਜ ਤੋਂ 5-7 ਸਾਲ ਪਹਿਲਾਂ ਠੀਕ ਕਰ ਲੈਣਾ। ਪਰ ਇਹ ਇੱਕ ਇਹੋ ਜਿਹੀ ਬਿਮਾਰੀ ਆ, ਇਹਦੇ ਵਿੱਚ ਕੋਈ ਸਪੋਰਟ ਨਹੀਂ ਕਰਦਾ। ਐਂਡ ਇਹੀ ਘਰ ਦੇ ਕਹਿ ਰਹੇ ਆ, ਤੂੰ ਆਪੇ ਕੀਤਾ ਤੇ ਆਪੇ ਛੱਡ, ਤੂੰ ਤਾਂ ਘਰ ਦਾ ਬੇੜਾ ਗਰਕ ਕਰਤਾ, ਸਾਡੇ ਪੱਲੇ ਕੱਖ ਨਹੀਂ ਛੱਡਿਆ, ਸਾਡੀ ਬੇਇੱਜ਼ਤੀ ਕਰਾਤੀ, ਸਾਡਾ ਪੈਸਾ ਲਵਾਤਾ ਹੀ, ਸਾਡਾ ਆਹ ਕਰਾਤਾ ਹੀ, ਸਾਡਾ ਆਹ ਕਰਾਤਾ ਹੀ। ਪਰ ਹੋਰ ਕਿਸੇ ਬਿਮਾਰੀ 'ਚ ਨਹੀਂ ਕਹਿੰਦਾ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਇਹ ਕਿਉਂ ਕਹਿੰਦੇ ਆ? ਕਿਉਂਕਿ ਸਾਨੂੰ ਇਹ ਚੀਜ਼ ਦੀ ਐਕਸੈਪਟੈਂਸ ਨਹੀਂ ਹੈਗੀ ਵੀ ਇਹ ਦਿਮਾਗ ਦੀ ਬਿਮਾਰੀ। ਅਸੀਂ ਤਰ੍ਹਾਂ ਤਰ੍ਹਾਂ ਦੀ ਲੇਬਲਿੰਗ ਕੀਤੀ ਆ, ਜਿਸ ਤਰ੍ਹਾਂ ਜਸਕਰਨ ਜੀ ਨੇ ਕਿਹਾ ਨਸ਼ਈ। ਇੱਕ ਸਾਡਾ ਸਟੂਡੈਂਟ ਹੋਰ ਕਹਿ ਰਿਹਾ ਸੀ ਵੀ ਉੱਥੇ ਜਾ ਕੇ ਕਹਿੰਦੇ ਮੈਂ ਇੱਕ ਸੈਂਟਰ 'ਚ ਗਿਆ ਅਤੇ ਉੱਥੇ 3 ਵਾਰੀ ਮੀਟਿੰਗ ਹੁੰਦੀ ਸੀ ਦਿਹਾੜੀ 'ਚ, ਅਤੇ 3 ਵਾਰੀ ਇਹ ਕਹਿਣਾ ਪੈਂਦਾ ਸੀ ਮੈਂ ਹੈਂ ਮੈਂ ਨਸ਼ੇੜੀ। ਨਹੀਂ ਤੁਸੀਂ ਬੰਦਾ ਠੀਕ ਕਰਨਾ ਕਿ ਮਾਰਨਾ ਵਾ? ਤੁਸੀਂ ਜਿਹੜਾ ਬੰਦਾ ਉਸ ਵਰਲਪੂਲ 'ਚ ਫਸਿਆ ਵਾ, ਨਾ ਉਹ ਜੀਂਦਿਆਂ 'ਚੋਂ ਨਾ ਮਰਿਆ 'ਚੋਂ, ਅਤੇ ਤੁਸੀਂ ਉਹਦੇ ਕੋਲ ਇਹ ਉੱਚੀ ਉੱਚੀ ਘੋਣ ਡੇ, ਤੂੰ ਕਹਿ ਮੈਂ ਨਸ਼ੇੜੀ। ਜੇ ਉਹ ਇੱਕ ਦਿਨ 'ਚ 3 ਵਾਰੀ 30-40 ਬੰਦਿਆਂ ਦੇ ਸਾਹਮਣੇ ਕਹੇਗਾ ਮੈਂ ਨਸ਼ੇੜੀ, ਫਿਰ ਦੁਪਹਿਰੀ ਵੀ ਕਹੇਗਾ ਮੈਂ ਨਸ਼ੇੜੀ, ਸ਼ਾਮ ਨੂੰ ਵੀ ਕਹੇਗਾ ਮੈਂ ਨਸ਼ੇੜੀ, ਅਤੇ ਜਦੋਂ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਬਾਹਰ ਆਏਗਾ, ਅਤੇ ਫਿਰ ਅਸੀਂ ਉਹਦੇ ਦਿਮਾਗ ਨੂੰ ਰਿਮਾਈਂਡਰ ਕੀ ਦੇ ਦਿੱਤਾ? ਦਿਮਾਗ ਨੂੰ ਤਾਂ ਰਿਮਾਈਂਡਰ ਨਸ਼ਾ ਹੀ ਗਿਆ ਨਾ। ਸੋ ਉਹ ਤਾਂ ਆਪਣੇ ਆਪ ਨੂੰ ਅੱਗੇ ਮਹਿਸੂਸ ਕਰਦਾ ਪਿਆ ਵੀ ਮੈਂ ਕਾਹੇ ਜੋਗਾ ਨਹੀਂ ਹੈਗਾ, ਮੇਰੀ ਜ਼ਿੰਦਗੀ ਕਾਹੇ ਜੋਗੀ ਨਹੀਂ। ਐਂਡ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਦੋਂ ਮੈਂ ਇੱਥੇ ਆਇਆ ਨਾ ਇਲਾਜ ਵਾਸਤੇ, ਜਿਸ ਤਰ੍ਹਾਂ ਬੰਦਾ ਦਿਨ ਨਹੀਂ ਪੂਰੇ ਕਰਦਾ, ਵੀ ਮੈਂ ਦਿਨ ਪੂਰੇ ਕਰਨ ਡਿਆ। ਮੈਨੂੰ ਮਿਲਣ ਵਾਸਤੇ ਆਏ, ਸਹੁਰੇ ਆਏ, ਭੈਣ ਭਰਾ ਆਏ ਸਾਰੇ। ਮੈਂ ਕਿਹਾ ਮਿਲ ਲਓ, ਲਾਸਟ ਵਾਰੀ ਮਿਲ ਲਓ ਬਸ, ਇਸ ਤੋਂ ਬਾਅਦ ਨਹੀਂ ਮੈਂ ਤੁਹਾਨੂੰ ਮਿਲਣਾ। ਅਤੇ ਮੈਨੂੰ 1% ਉਮੀਦ ਨਹੀਂ ਸੀ ਮੈਂ ਬਚੂੰਗਾ। ਹਿਸਾਬ ਨਾਲ ਤੁਹਾਡੇ ਸਾਹਮਣੇ ਬੈਠੇ। ਪਰ ਇਲਾਜ ਕਿਹਨੇ ਕਰਾਇਆ? ਸਾਰਾ ਕਿਹਨੇ ਇਲਾਜ ਕਰਾਇਆ? ਮੇਰੀ ਫੈਮਿਲੀ ਨੇ। ਮੈਂ ਕਾਬੂ ਆਉਣ ਵਾਲਾ ਬੰਦਾ ਨਹੀਂ ਹੈਗਾ। ਮੇਰੇ ਕੋਲ ਤਾਂ ਘਰ ਦੇ ਥਰ ਇੰਨਾ ਕੰਬਦੇ ਸੀ ਵੀ ਜਦੋਂ ਮੈਂ ਇੱਥੇ ਵੀ ਆਇਆ ਸੀ, ਅਤੇ ਇੱਥੇ ਮੇਰੀ ਵਾਈਫ ਨੇ ਗੇਟ ਵਾਲੇ ਨਾਲ
ਗੇਟ ਵਾਲਾ ਕਹਿੰਦਾ ਕੋਈ ਗੱਲ ਨਹੀਂ, ਅਸੀਂ ਵੱਡੇ ਵੱਡੇ ਸਿੱਧੇ ਕਰਤੇ। ਕਹਿੰਦੀ ਤੁਸੀਂ ਨਹੀਂ ਜਾਣਦੇ, ਬਹੁਤ ਗੰਦਾ ਬੰਦਾ ਜੀ ਇਹ ਬੰਦਾ। ਜਿੱਦਣ ਪਹਿਲੇ ਦਿਨ ਆਇਆ ਨਾ ਤੇ ਮੇਰੀ ਤੂੰ ਮੈਂ ਹੋ ਗਈ। ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਸਾਂਭ ਲੈਂਦੇ। ਇੱਥੇ ਬੜੇ ਬੜੇ ਆਏ। ਮੇਰੀ ਵਾਈਫ ਕਹਿੰਦੀ ਬੜੇ ਬੜੇ ਆਏ ਹੋਣਗੇ ਪਰ ਇਹਦੇ ਨਾਲ ਤਾਂ ਨਹੀਂ ਆਇਆ ਹੋਊ। ਪਰ ਤੁਹਾਡੇ ਸਾਹਮਣੇ ਹੀ ਕੋਈ ਗੱਲ ਇਲਾਜ ਹੋਇਆ ਦਿਮਾਗ ਦਾ। ਪਰ ਘਰਦਿਆਂ ਨੇ ਇੱਕ ਗੱਲ ਕਹਿਤੀ ਵੀ ਮਰਨਾ ਇਹਨੇ ਹੈਗਾ ਹੀ ਆ। ਜੇ ਇਹਦਾ ਇਲਾਜ ਹੋ ਜਾਏਗਾ ਤਾਂ ਸ਼ਾਇਦ ਇਹ ਬਚ ਜੇ, ਸ਼ਾਇਦ ਬਚ ਜੇ, ਪੋਸੀਬਿਲਿਟੀ ਬਚਣ ਦੀ ਹੈਗੀ ਆ। ਅਤੇ ਜੇ ਨਾ ਇਲਾਜ ਹੋਇਆ ਇਹਨੇ ਮਰਨਾ ਹੀ ਆ, ਜਾਂ ਇਹ ਆਪ ਮਰ ਜੂ ਜਾਂ ਕਿਸੇ ਨੂੰ ਮਾਰ ਦੂ। ਜਿੱਡਾ ਇਹਦਾ ਗੁੱਸਾ ਚੰਡਾਲ ਹੈ, ਐਕਚੁਅਲੀ ਗੁੱਸਾ ਚੰਡਾਲ ਨਹੀਂ ਹੁੰਦਾ, ਉਹ ਬਿਮਾਰੀ ਹੁੰਦੀ, ਉਹ ਬਿਮਾਰੀ ਹੈ। ਜੇ ਅਸੀਂ ਇਹਨੂੰ ਬਿਮਾਰੀ ਮੰਨਾਂਗੇ ਤਾਂ ਫਿਰ ਹੋ ਜਾਏਗਾ ਬੰਦਾ। ਦਿਮਾਗ ਦਾ ਇਲਾਜ ਹੈ। ਨਸ਼ਾ ਕੋਈ ਬਿਮਾਰੀ ਨਹੀਂ ਹੁੰਦੀ, ਐਂਡ ਨਸ਼ੇ ਦਾ ਕੋਈ ਇਲਾਜ ਨਹੀਂ ਹੁੰਦਾ। ਇਲਾਜ ਦਿਮਾਗ ਦਾ ਹੁੰਦਾ। ਆਪਾਂ ਰੋਜ਼ ਪੇਸ਼ੈਂਟ ਨੂੰ ਕਹਿੰਦੇ ਹਾਂ ਵੀ ਇਹਦਾ ਦਿਮਾਗ ਖਰਾਬ ਹੈ, ਕਹਿੰਦੇ ਤਾਂ ਹੈਗੇ ਆ। ਰੋਜ਼ ਸਾਨੂੰ ਇਹ ਪ੍ਰਤੀਤ ਹੁੰਦਾ ਵਾ ਵੀ ਜੋ ਇਹਦੇ ਲੱਛਣ ਹੈ ਨਾ, ਇਹਦੇ ਲੱਛਣ ਨਾ ਜੀਣ ਵਾਲੇ ਨਹੀਂ ਹੈਗੇ। ਇਹਦੇ ਲੱਛਣ ਨਹੀਂ ਸਹੀ। ਹੁਣ ਕੀ ਕੋਈ ਬੰਦਾ ਜਾਣ ਬੁੱਝ ਕੇ ਮਰਨਾ ਪਸੰਦ ਕਰੂਗਾ? ਇਹ ਦੱਸੋ ਪਹਿਲਾਂ। ਕਿਸੇ ਬੰਦੇ ਦਾ ਦਿਲ ਕਰਦਾ ਮਰਨ ਨੂੰ? ਜਿਸ ਬੰਦੇ ਦਾ ਦਿਮਾਗ ਸਟੇਬਲ ਹੈ, ਜਾਂ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਚਾਅ ਮਲਾਰ ਰੰਗ ਢੰਗ ਪਿਆਰ ਮੁਹੱਬਤ ਹੈਗਾ, ਜਿਹਨੂੰ ਫੀਲ ਹੋ ਰਿਹਾ, ਉਹ ਬੰਦਾ ਕਦੀ ਮਰਨ ਦੀ ਕੋਸ਼ਿਸ਼ ਕਰੇਗਾ? ਕਦੀ ਮਰੇਗਾ? ਇਹਦਾ ਮਤਲਬ ਕਿ ਉਹਦੀ ਜ਼ਿੰਦਗੀ ਖਾਲੀ ਹੈ, ਉਹਨੂੰ ਕੋਈ ਚੀਜ਼ ਮਹਿਸੂਸ ਨਹੀਂ ਹੁੰਦੀ ਬਸ। ਕਿਉਂਕਿ ਮਹਿਸੂਸ ਕਰਨ ਵਾਸਤੇ ਬ੍ਰੇਨ 'ਚ ਰਿਸੈਪਟਰ ਹੁੰਦੇ ਆ, ਕੈਮੀਕਲਸ ਹੁੰਦੇ ਆ, ਉਹ ਰਿਸੈਪਟਰ ਖਰਾਬ ਹੋ ਗਏ ਆ, ਜਿਨ੍ਹਾਂ ਕਰਕੇ ਬ੍ਰੇਨ ਦੀ ਕੈਮਿਸਟਰੀ ਇੰਬੈਲੈਂਸਿੰਗ ਹੋ ਗਈ। ਅਤੇ ਇਹ ਉਹਦਾ ਬਿਹੇਵੀਅਰ ਹੈ। ਉਹ ਆਪ ਕੁਛ ਨਹੀਂ ਕਰਦਾ ਪਿਆ, ਬਸ ਆਪ ਨਹੀਂ ਕੁਛ ਕਰਦਾ ਪਿਆ। ਇਹ ਗੱਲ ਤੁਸੀਂ ਆਪਣੇ ਮਨ 'ਚੋਂ ਕੱਢ ਦਿਓ ਵੀ ਇਹਨੇ ਆਹ ਕਰਤਾ, ਇਹ ਝੂਠ ਬੋਲਦਾ, ਇਹ ਆਕੜਦਾ ਬੜਾ, ਉਹ ਕੁਛ ਨਹੀਂ ਕਰਦਾ ਪਿਆ। ਜਿਸ ਦਿਨ ਬੰਦਾ ਨਸ਼ਾ ਸ਼ੁਰੂ ਕਰਦਾ ਨਾ, ਉਸ ਤੋਂ ਬਾਅਦ ਉਹਦੇ ਵੱਸ 'ਚ ਕੁਛ ਨਹੀਂ ਰਹਿ ਜਾਂਦਾ। ਜਿੱਦਣ ਇੱਕ ਵਾਰੀ ਨਸ਼ਾ ਉਹਦੇ ਦਿਮਾਗ ਨੂੰ ਚੜ੍ਹ ਜਾਂਦਾ ਨਾ ਅਤੇ ਉਹਨੂੰ ਸਰੂਰ ਆ ਜਾਂਦਾ, ਉਸ ਤੋਂ ਬਾਅਦ ਉਹਦੀ ਜ਼ਿੰਦਗੀ ਨਸ਼ੇ ਦੇ ਹਵਾਲੇ ਹੋ ਜਾਂਦੀ ਹੈ। ਉਹਦੀ ਆਪਣੀ ਕੋਈ ਪਾਵਰ ਨਹੀਂ, ਉਹ ਕੋਈ ਕੰਮ ਕਰ ਲੇ ਬਸ। ਉਹਦੀ ਲਾਈਫ ਸਾਰੀ ਨੂੰ ਨਸ਼ਾ ਡਰਾਈਵ ਕਰਦਾ, ਬਸ ਸਾਰੀ ਲਾਈਫ ਨੂੰ ਨਸ਼ਾ ਡਰਾਈਵ ਕਰਦਾ। ਜੇ ਉਹ ਸਵੇਰੇ ਉੱਠੂਗਾ, ਉਹਦੇ ਮਨ 'ਚ ਹੋਊਗਾ ਮੈਂ ਨਸ਼ਾ ਕਰਨਾ, ਉਹ ਭੱਜ ਭੱਜ ਕੇ ਕੰਮ ਕਰੂਗਾ, ਕਦੀ ਕੁਛ ਕਰੂਗਾ, ਕਦੀ ਕੁਛ ਕਰੂਗਾ, ਕਦੀ ਕੁਛ ਕਰੂਗਾ, ਪਰ ਧਿਆਨ ਉਹਦਾ ਕਿੱਥੇ ਹੋਏਗਾ? ਉਹ ਜਿੱਥੇ ਵੀ ਬੈਠਾ ਹੈ, ਜੇ ਉਹ ਕਿਤੇ ਵੀ ਬੈਠਾ, ਮਾਂ ਕੋ ਬੈਠਾ ਧਿਆਨ ਨਸ਼ੇ ਵੱਲ, ਵਾਈਫ ਕੋ ਬੈਠਾ ਧਿਆਨ ਨਸ਼ੇ ਵੱਲ, ਘਰ ਬੈਠਾ ਧਿਆਨ ਨਸ਼ੇ ਵੱਲ, ਜਿੱਥੇ ਮਰਜ਼ੀ ਬੈਠਾ ਧਿਆਨ ਉਹਦਾ ਨਸ਼ੇ ਵੱਲ ਹੀ ਆ। ਉਹਦਾ ਧਿਆਨ ਨਸ਼ੇ ਨਾਲ ਟੁੱਟਦਾ ਹੀ ਨਹੀਂ। ਇਹ ਉਹਦੀ ਮਜਬੂਰੀ ਬਣ ਗਈ ਹੈ, ਇਹ ਉਹਦੀ ਬੇਬਸੀ ਬਣ ਗਈ ਹੈ, ਇਹ ਉਹਦੀ ਗੁਲਾਮੀ ਬਣ ਗਈ ਹੈ। ਨਸ਼ੇ ਤੋਂ ਬਗੈਰ ਉਹਨੂੰ ਹੋਰ ਕੋਈ ਸੋਚ ਆਉਂਦੀ ਨਹੀਂ। ਦੱਸੋ, ਜਿਹੜੇ ਬੰਦੇ ਨੂੰ ਸੋਚ ਇੱਕੋ ਆਈ ਜਾਂਦੀ ਆ, ਉਹਦੀ ਜ਼ਿੰਦਗੀ ਕੀ ਹੋਊਗੀ? ਕਿੱਡੀ ਵੱਡੀ ਸਜ਼ਾ ਭੁਗਤਦਾ ਪਿਆ ਬੰਦਾ। ਉਸ ਬੰਦੇ ਨੂੰ ਮਾੜਾ ਚੰਗਾ ਕਹਿਣ ਦੀ ਕੋਈ ਲੋੜ ਹੈਗੀ ਆ? ਜਿਹੜੇ ਬੰਦੇ ਨੂੰ ਸੋਚ ਹੀ ਇੱਕ ਨਸ਼ੇ ਦੀ ਆਉਂਦੀ ਆ। ਲਾਗੇ ਮਾਂ ਬੈਠੀ ਆ, ਮਾਂ ਨਹੀਂ ਮਹਿਸੂਸ ਹੁੰਦੀ। ਲਾਗੇ ਪਿਓ ਬੈਠਾ, ਪਿਓ ਨਹੀਂ ਮਹਿਸੂਸ ਹੁੰਦਾ। ਲਾਗੇ ਪੁੱਤਰ ਬੈਠਾ, ਪੁੱਤਰ ਨਹੀਂ ਮਹਿਸੂਸ ਹੁੰਦਾ। ਲਾਗੇ ਧੀ ਬੈਠੀ ਆ, ਧੀ ਨਹੀਂ ਮਹਿਸੂਸ ਹੁੰਦੀ। ਉਹ ਆਪਣੇ ਘਰ 'ਚ ਹੀ ਅਜਨਬੀ ਬਣਿਆ ਵਾ, ਉਹਦਾ ਘਰ ਦਿਲ ਹੀ ਨਹੀਂ ਖਲੋਂਦਾ। ਕਦੀ ਕੋਠੇ, ਕਦੀ ਥੱਲੇ, ਕਦੀ ਅੰਦਰ, ਕਦੀ ਬਾਹਰ, ਕਦੀ ਕਿਤੇ, ਕਦੀ ਟੀਵੀ ਲਾਏਗਾ, ਕਦੀ ਬੰਦ ਕਰੇਗਾ, ਕਦੀ ਆਹ ਕਰੇਗਾ, ਕਦੀ ਮੋਬਾਈਲ, ਕੁਛ ਨਾ ਕੁਛ ਉਹਨੇ ਕਰੀ ਜਾਣਾ, ਉਹਦੇ ਅੰਦਰ ਟਿਕਾ ਹੀ ਨਹੀਂ ਹੈਗਾ। ਇਹ ਉਹਦੀ ਮਜਬੂਰੀ ਆ, ਇਹ ਉਹਦੀ ਮਜਬੂਰੀ ਆ। ਉਹ ਜਾਣ ਬੁੱਝ ਕੇ ਨਹੀਂ ਕਰਦਾ ਪਿਆ, ਉਹ ਜਾਣ ਬੁੱਝ ਕੇ ਨਹੀਂ ਕਰਦਾ ਪਿਆ। ਐਂਡ ਨਸ਼ਾ ਭਾਵੇਂ ਕੋਈ ਆ, ਭਾਵੇਂ ਸ਼ਰਾਬ ਹੈ, ਭਾਵੇਂ ਫੀਮ ਹੈ, ਭਾਵੇਂ ਭੰਗ ਹੈ, ਭਾਵੇਂ ਚਰਸ ਹੈ, ਚਾਹੇ ਗਾਂਜਾ ਵਾ, ਚਾਹੇ ਚਿੱਟਾ ਵਾ। ਅਸੀਂ ਚਿੱਟੇ ਨੂੰ ਹਊਆ ਬਣਾਇਆ ਵੀ ਚਿੱਟਾ ਨਾ ਲਾਵੇ, ਬਾਕੀ ਜੋ ਮਰਜ਼ੀ ਕਰ ਲੇ। ਸ਼ਰਾਬ ਨਾਲ ਕੋਈ ਨੁਕਸਾਨ ਨਹੀਂ ਹੁੰਦਾ? ਦੱਸੋ ਹਾਂ, ਦੱਸੋ। ਬ੍ਰੇਨ 'ਤੇ ਅਸਰ ਉਨਾ ਹੀ ਹੋਣਾ, ਸਗੋਂ ਸ਼ਰਾਬ ਦਾ ਅਸਰ ਜ਼ਿਆਦਾ ਹੁੰਦਾ।
ਅੱਜ ਵੀ ਇੱਕ ਸਟੂਡੈਂਟ ਕੋਲ ਮੈਂ ਬੈਠਾ ਸਾਂ, ਗੱਲ ਕਰਦਾ ਪਿਆ, ਉਹ ਕਹਿੰਦੇ ਮੈਨੂੰ ਨਾ ਇੱਕਦਮ ਕੰਬਣੀ ਆ ਗਈ, ਇੱਕਦਮ ਕੰਬਣੀ ਆ ਗਈ, ਮੇਰਾ ਸਰੀਰ ਕੰਬੀ ਜਾਵੇ, ਮੇਰਾ ਸਰੀਰ ਖਲੋਵੇ ਹੀ ਨਾ। ਮੈਂ ਕਿਹਾ ਇਹ ਤਾਂ ਮੇਰੀ ਗੱਲ ਕਰੀ ਜਾਂਦੇ ਆ। ਮੈਂ ਕਿਹਾ ਅੱਛਾ। ਮੈਂ ਕਿਹਾ ਭਾਈ ਫਿਰ ਇਹ ਆ ਵੀ ਤੁਹਾਡੇ ਸੈਂਟਰਲ ਨਰਵਸ ਸਿਸਟਮ 'ਤੇ ਅਟੈਕ ਹੋ ਗਿਆ। ਦੇਖ ਲਓ, ਮਤਲਬ ਕਿ ਸੈਂਟਰਲ ਨਰਵਸ ਸਿਸਟਮ 'ਤੇ ਅਟੈਕ ਹੋਣਾ ਕੋਈ ਮਤਲਬ ਕਿ ਛੋਟੀ ਮੋਟੀ ਗੱਲ ਨਹੀਂ ਜੀ ਹੈਗੀ। ਇਹਨੂੰ ਮਾਈਂਡਰ ਨਾ ਸਮਝੋ ਵੀ ਤੁਹਾਡਾ ਸਰੀਰ ਹੀ ਨਹੀਂ ਖਲੋਣ ਡਿਆ। ਇਸ ਤੋਂ ਵੱਡਾ ਸਾਈਡ ਇਫੈਕਟ ਕੀ ਹੋਊਗਾ? ਔਰ ਇਹ ਸ਼ਰਾਬ ਨਾ, ਫਿਰ ਜਿੰਨਾ ਲਿਵਰ ਸਰੋਸਿਸ ਹੁੰਦਾ, ਲਿਵਰ ਦੇ ਜਿੰਨੇ ਪੰਗੇ ਪੈਂਦੇ ਆ ਉਹ ਸ਼ਰਾਬ ਨਾਲ, ਜਿੰਨੇ ਪੈਂਕ੍ਰੀਟਾਈਟਿਸ ਦੇ ਪੰਗੇ ਪੈਂਦੇ ਆ ਉਹ ਸ਼ਰਾਬ ਨਾਲ, ਜਿੰਨੇ ਗੁਰਦੇ, ਤੁਹਾਨੂੰ ਪਤਾ ਹੀ ਆ ਮੇਰੇ ਕਹਿਣ ਦੀ ਕੀ ਲੋੜ। 200 ਤੇ ਕਿੰਨੀਆਂ ਬਿਮਾਰੀਆਂ ਸਿਰਫ ਸ਼ਰਾਬ ਨੇ ਲੱਗਦੀਆਂ, ਸਰ ਦੱਸਦੇ ਹਿਸਾਬ ਨਾਲ। ਐਂਡ ਸ਼ਰਾਬ ਵਾਲੇ ਬੰਦੇ ਤਕਰੀਬਨ ਡਾਇਬਟਿਕ ਹੋ ਜਾਂਦੇ, ਸ਼ੂਗਰ ਹੋ ਜਾਂਦੀ ਉਹਨਾਂ ਨੂੰ। ਅਸੀਂ ਸ਼ਰਾਬ ਨੂੰ ਕਹਿੰਦੇ ਹੀ ਕੁਝ ਨਹੀਂ। ਸ਼ਰਾਬ ਕਿਹੜੀ ਚੀਜ਼ ਹੈ? ਹਾਂਜੀ, ये सारे जसवीर सर जो सारे लक्षण बता रहे हैं, एक कि वो उसके बिहेवियर चेंज होते हैं, है ना, बायो साइको सोशल डिजीज़ कहते हैं इसको। तो अब जो दूसरे बताए कि लिवर भी अल्टीमेटली डैमेज शुरू हो जाता है, आपका भूख, खाना पीना, सोना, शारीरिक तौर पे। तो ये फैमिलीज़ को बताया जा रहा है कि जब कोई भी बीमारी आपको समझाई जाती है तो डॉक्टर हमेशा लक्षण बताता है। मतलब ये एक्सेप्ट करने में मुश्किल होती है ना कि एडिक्शन बीमारी कैसे हो सकती है, डिप्रेशन बीमारी कैसे हो सकती है। तो हर बीमारी के लक्षण है। इसी तरह से सर ने फिज़िकल और साइकोलॉजिकल लक्षण बताए कि उसकी सोचें ही ख़राब हो जाती है। जैसे जो आपका बच्चा करता है वो माइंड बेंडर है, मतलब उसके बिल्कुल थॉट्स ही उल्टे हो जाते हैं, वो रियलिटी से पूरा कट ही जाता है। फिज़िकली भी डैमेज होता है, साइकोलॉजिकल भी। ये लक्षण है। और फैमिलीज़ को कोई सबूत की ज़रूरत नहीं है। हमारा जब पेशेंट लड़ता है, झूठ बोलता है, चालाकियाँ करता है, कहानियाँ बनाता है, जब उसकी रूटीन अपसेट हो गई है, उसके शरीर पे असर हो गया, उसका खाना पीना सोना, इमोशनल रिश्तों पे फ़र्क पड़ गया है, तो ये इस बीमारी के लक्षण हैं। हम सब ये अपने घरों में एक्सपीरियंस कर चुके हैं, तभी हम यहाँ बैठे हैं। क्या कहते हैं सब, ये लक्षण है हमारे घर में या नहीं? 100% है जी। 100% है। 20% कम है। तो हैंस ये साइंस प्रूव हो गई कि ये बीमारी है और ये लक्षण है, इसलिए हम बीमारी का इलाज कराने के लिए आए हैं। यही जसवीर सर ने कहा। लेजी भी हो जाता है बंदा, काम नहीं करना। हाँ जी, हाँ, लेजी भी हो जाता है, बिल्कुल बिल्कुल। हर काम को डिनाई करने की कोशिश करता है। ਉਹਦੀ ਕਪੈਸਿਟੀ ਨਹੀਂ ਹੈਗੀ, ਉਹਦੀ कपैसिटी नहीं हैगी। वो सरीरक जोश में आ जाता है, मैं ये काम करूँगा फिर बच्चों हाँ, पर कंसिस्टेंसी नहीं रह सकती, कंसिस्टेंसी नहीं रहती ना, कंटिन्यूटी नहीं रहती इसकी। ਪਰ ਇਹ ਸਾਰੀ ਜੋ ਕਰਦਾ ਪਿਆ ਨਾ ਉਹਦੇ ਕੋਲ ਬਿਮਾਰੀ ਕਰਾਉਣ ਡਈ ਜੀ। ਇਹ ਗੱਲ ਧਿਆਨ 'ਚ ਰੱਖਿਓ। ਆਪ ਉਹਦੀ ਕੋਈ ਕਪੈਸਿਟੀ ਨਹੀਂ ਹੈਗੀ, ਉਹ ਮਤਲਬ ਕਿ 1 ਇੰਚ ਵੀ ਇੱਧਰ ਉੱਧਰ ਹੋ ਜੇ, ਬਿਮਾਰੀ ਇੱਕ ਇੰਚ ਵੀ ਨਹੀਂ ਉਹਨੂੰ ਇੱਧਰ ਉੱਧਰ ਹੋਣ ਦਊਗੀ। वही सर लक्षण हो गए ना, मतलब। ਹਾਂ, ਪਰ ਇਹ ਆ ਵੀ ਉਹ ਆਪ ਬੜਾ ਮਜਬੂਰ ਹੈਗਾ, ਆਪ ਬੜਾ ਮਜਬੂਰ ਹੈ। ਉਹਦੇ ਵੱਸ ਦੀ ਗੱਲ ਨਹੀਂ ਹੈਗੀ, ਉਹਦੇ ਵੱਸ ਦੀ ਗੱਲ ਨਹੀਂ। ਅਤੇ ਇਲਾਜ ਕਿੰਨੇ ਕਰਾਉਣਾ? ਫੈਮਿਲੀ। ਬਸ ਫੈਮਿਲੀ ਇਹਨੂੰ ਬਿਮਾਰੀ ਸਮਝ ਕੇ ਇਲਾਜ ਕਰਾਏ ਅਤੇ ਫਿਰ ਬੰਦਾ ਠੀਕ ਹੋ ਸਕਦਾ। ਜਿਸ ਤਰ੍ਹਾਂ ਆਪਾਂ ਦੂਜੀਆਂ ਬਿਮਾਰੀਆਂ ਦਾ ਕਰਾਉਂਦੇ ਹਾਂ, ਪਰ ਇਸ ਬਿਮਾਰੀ ਦੇ ਵਿੱਚ ਡਿਨਾਇਲ ਬਹੁਤ ਰਹਿੰਦੀ ਹੈ। ਸਾਨੂੰ ਲੱਗਦਾ ਵੀ ਨਹੀਂ ਇਹ ਬੁਰਾ ਬੰਦਾ ਵਾ, ਇਹ ਮਾੜਾ ਬੰਦਾ, ਇਹਨੇ ਆਹ ਕਰਤਾ, ਇਹ ਕਰੈਕਟਰਲੈਸ ਹੈ, ਇਹ ਆਹ ਵਾ, ਇਹ ਝੂਠਾ ਵਾ। ਝੂਠਾ ਨਹੀਂ ਹੈਗਾ, ਉਹ ਬਿਲਕੁਲ ਸੱਚਾ ਹੈਗਾ। ਜਿੰਨਾ ਸੱਚਾ ਉਹ ਹੈਗਾ, ਉਨੇ ਸੱਚੇ ਜਿਹੜੇ ਨਸ਼ਾ ਨਹੀਂ ਕਰਦੇ ਉਹ ਨਹੀਂ ਹੈਗੇ। ਨਸ਼ੇ ਵਾਲਾ ਬੰਦਾ ਬਹੁਤ ਸੱਚਾ, ਇੰਨਾ ਸੱਚਾ ਵਾ ਉਹ ਕੋਈ ਗੱਲ ਛੁਪਾ ਹੀ ਨਹੀਂ ਸਕਦਾ। ਨਸ਼ਾ ਕਰਨ ਵਾਲਾ ਬੰਦਾ ਕੋਈ ਗੱਲ ਨਹੀਂ ਛੁਪਾ ਸਕਦਾ। ਵੇਖਣ ਨੂੰ ਲੱਗਦਾ ਸਭ ਕੁਝ ਛੁਪਾਇਆ, ਉਹ ਕੁਝ ਛੁਪਾ ਹੀ ਨਹੀਂ ਸਕਦਾ। ਉਹਦੇ ਵਾਸਤੇ ਹੀ ਨਹੀਂ ਗੱਲ ਹੈਗੀ ਉਹ ਛੁਪਾ ਸਕੇ, ਉਹ ਨਹੀਂ ਛੁਪਾ ਸਕਦਾ, ਉਹਦੀ ਐਬਿਲਿਟੀ ਨਹੀਂ ਗੀ ਛੁਪਾਉਣ ਦੀ। ਪਰ ਇਹ ਆ ਵੀ ਉਹਦੇ ਵਾਸਤੇ ਹੀ ਗੱਲ ਨਹੀਂ ਹੈਗੀ, ਉਹਦੇ ਵਾਸਤੇ ਹੀ ਗੱਲ ਨਹੀਂ ਹੈਗੀ। ਜੋ ਕਰਦੀ ਬਿਮਾਰੀ ਕਰਾਉਣ ਦੀ ਉਹਦੇ ਕੋਲ। ਬਸ ਜੇ ਤੁਸੀਂ ਬਿਮਾਰੀ ਮੰਨ ਲਓ ਨਾ ਵੀ ਜਿਸ ਤਰ੍ਹਾਂ ਕਰੋਨਾ ਵਾ, ਕਰੋਨਾ 'ਚ ਬੁਖਾਰ ਚੜ੍ਹਦਾ ਵਾ, ਮਤਲਬ ਕਿ ਛਾਤੀ ਰੁਕਦੀ ਆ, ਰੇਸ਼ਾ ਆਉਂਦਾ, ਬਲਗਮ ਆਉਂਦੀ ਆ,
ਮਤਲਬ ਕੀ ਹੈ ਸਾਰਾ ਵਾ ਇਸੇ ਤਰ੍ਹਾਂ ਉਹਦੇ ਲੱਛਣ। बस फ़र्क यही है कि बाकी बीमारियों में हमारा दिमाग नहीं ख़राब होता है ना। बाकी हमने सबने पढ़ा है साइंस में, छोटी क्लासेस में सबने, कि ब्रेन के पास मैसेज आता है, ब्रेन सब कुछ कराता है, हम सब कुछ सोचते हैं ब्रेन से, बाकी के शरीर को भी हमारा ब्रेन चलाता है। तो बाकी अगर टीबी हुआ, कोविड हुआ, उससे दिमाग तो नहीं ख़राब होता ना। तो उसमें जिसको टीबी है वो कहता है हाँ मुझे टीबी है, मुझे इलाज चाहिए। जिसको कोविड है वो कहता है हाँ मुझे कोविड का इलाज चाहिए। हाँ जी हाँ जी हाँ जी। तो बाकी सब बीमारियों में वो मानता है, मगर हमारी इस बीमारी में क्या ख़राब होता है? दिमाग। तो वो जिस हिस्से ने सोचना है, जिस हिस्से ने समझना है, जिस हिस्से ने बताना है कि तू बीमार है, वो हिस्सा ही बीमार है। बस ये छोटा सा एक जो फ़र्क है, इसको समझना थोड़ा मुश्किल हो जाता है। इसलिए हम बोलते रहते हैं पेशेंट नहीं सुनता, पेशेंट नहीं मानता, वो नहीं मान रहा, वो नहीं इलाज करा रहा। जिस दिन फैमिली को ये वाला डिफरेंस समझ में आ गया, उस दिन आपका एक्सेप्टेंस आ गया कि ये बीमारी है। ਅਸੈਪਟੈਂਸ ਹੀ ਫੈਮਿਲੀ ਦੀ, ਪੇਸ਼ੈਂਟ ਦੀ ਤੇ ਬਹੁਤ ਬਾਅਦ ਚ ਅਸੈਪਟੈਂਸ ਆਉਂਦੀ ਹੈ। ਫੈਮਿਲੀ ਦੀ ਅਸੈਪਟੈਂਸ ਆ ਜਾਂਦਾ, ਡਾਕਟਰ ਤੁਹਾਨੂੰ ਦੱਸਦਾ ਪਿਆ ਵੀ ਆਹ ਤੁਹਾਡਾ ਪੇਸ਼ੈਂਟ ਹੈ, ਇਹ ਬਿਮਾਰੀ ਦੇ ਲੱਛਣ ਹੈ, ਇੰਨਾ ਬਿਮਾਰ ਹੈ, ਜੇ ਇੰਨਾ ਬਿਮਾਰ ਹੋਵੇ ਤਾਂ ਆਹ ਲੱਛਣ ਹੁੰਦੇ, ਇੰਨਾ ਬਿਮਾਰ ਹੋਵੇ ਤਾਂ ਇਹ ਲੱਛਣ ਹੁੰਦੇ ਆ। ਹਾਂ ਫੈਮਿਲੀ ਅਸੈਪਟ ਕਰਦੇ ਤੇ ਟ੍ਰੀਟਮੈਂਟ ਹੋ ਜਾਂਦਾ। ਡਾਕਟਰ ਨੇ ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਦੱਸ ਦੇਣਾ ਵੀ ਆਹ ਕਰਦਾ ਪਿਆ, ਇਹਦਾ ਮਤਲਬ ਆਹ ਕਰਦਾ ਪਿਆ, ਇਹਦਾ ਮਤਲਬ ਆ ਵੀ ਇੰਨਾ ਬਿਮਾਰ ਹੈ, ਇੰਨੇ % ਬਿਮਾਰ ਹੈ। कल इसी तरह से हुआ सर कि बेटे ने मेरे से ये बोला कि मम्मी मैं अभी 5 दिन कहीं पे भी नहीं जाऊंगा, घर पे रुकूंगा, जैसे आप बोलते हो, जैसे आपका विश्वास होता है मैं वो काम करूंगा। तो कल तक तो हमें था कि हाँ चलो ये अपने आप पे कंट्रोल करेगा, बाहर नहीं जाएगा। लेकिन नाइट के टाइम जैसे मैंने इनसे बोला कि अगर ये कल कंट्रोल कर जाता है अपने आप पे तो ये ठीक होने के लक्षण है इसके। अगर कल नहीं होता है तो फिर थोड़ा मुश्किल है, इसका इलाज करवाना पड़ेगा। अर्ली मॉर्निंग जैसे वो नहाया तो बोला कि मैं तो जा रहा हूँ किसी भी बहाने से। तो मैंने इनको बोला कि नहीं, अब नहीं, अब ये टाइम आ गया कि इसका इलाज शुरू करें हम, तो हम यहाँ पे आए हैं। डिजीज को आप कंट्रोल करके नहीं ठीक कर सकते ना। हाँ डिजीज जी। का तो ट्रीटमेंट होगा। हमको इतने दिन पहले ऐसे ही लग रहा था भाई कंट्रोल करके होगा ठीक है, या किसी के अंदर में भेज देंगे तो वहाँ पे बच्चे और बिगड़ जाएंगे। तो इस तरह की देखो हमारी भी मानसिकता थी, और यहाँ पे आके हमने देखा हमारी सोसाइटी में नॉर्मली यही परसेप्शन है। और मोस्टली होता भी है। हाँ। बहुत से सेंटरों में देखा मैं। हाँ जी है, खुद गया। बिल्कुल ठीक कह रहे हो आप। मेरे एक भांजा है वो भी गया तो वहाँ पे देखा जो बिना लाइसेंस के, बिना साइंटिफिक ट्रेनिंग के, बिना किसी मतलब एक्सपर्ट के जो सेंटर्स चल रहे हैं, वो रिहैब ट्रेनिंग प्रोग्राम्स नहीं है, बल्कि उनकी वजह से रिहैब ट्रेनिंग प्रोग्राम बदनाम हो गया है। क्योंकि माइंड की ट्रेनिंग के लिए, पेशेंट को एजुकेट करने के लिए, पेशेंट को स्किल वर्क सिखाने के लिए ये ट्रेनिंग प्रोग्राम साइंस ने बनाया। तो और इस ये वाली चीज़ लोगों को समझ नहीं आती। और क्योंकि वो सेंटर मतलब इस तरह से खुल गए हैं जहाँ पे कोई साइकेट्रिस्ट नहीं है, कोई साइकोलॉजिस्ट नहीं है, तो उसकी वजह से काफ़ी वहाँ पे पेशेंट को टॉर्चर किया जाता है। हमारे पेशेंट खुद शेयर करते हैं। मगर रिहैब ट्रेनिंग प्रोग्राम इस बीमारी का एक बहुत ट्रीटमेंट का एक बहुत इम्पॉर्टेंट हिस्सा है। मतलब अगर हमें ब्रेन और माइंड दो चीज़ों को ठीक करना होता है, इसमें ब्रेन तो केमिकल्स हैं, वो दवाइयाँ ठीक करेंगी, माइंड ट्रेनिंग से होता है। सो ये ट्रेनिंग प्रोग्राम बने थे, रिहैबिलिटेशन ट्रेनिंग प्रोग्राम। बिकॉज कोई भी चीज़ हमें ज़िंदगी में सीखनी है, हम सब ने, हमारे सबकी ट्रेनिंग हुई है, चाहे वो खाना बनाना है, चाहे वो इंजीनियरिंग है, चाहे वो ड्राइविंग है, ये ट्रेनिंग से सीखता है। सो इट इज़ अ ट्रेनिंग प्रोग्राम, इट इज़ नॉट अ सेंटर लाइक अ प्लेस, इट्स अ प्रोग्राम।